ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਮੈਂ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਲਾਸਟ ਲੈਕਚਰ ਦੇ ਵਿੱਚ ਆਪਾਂ ਕੋਠਾਰੀ ਕਮਿਸ਼ਨ ਬਾਰੇ ਪੜ੍ਹ ਰਹੇ ਸੀਗੇ, ਜੋ ਕਿ 1964 ਦੇ ਵਿੱਚ ਬਣਾਈ ਗਈ ਸੀ, ਨਿਯੁਕਤ ਕੀਤੀ ਗਈ ਸੀ ਤੇ 1966 ਦੇ ਵਿੱਚ ਭੰਗ ਕਰ ਦਿੱਤੀ ਗਈ ਸੀ। ਠੀਕ ਹੈ ਜੀ। ਸਾਰਿਆਂ ਤੋਂ ਇੰਪੋਰਟੈਂਟ ਇਹ ਆਪਣੀ ਕਮਿਸ਼ਨ ਸੀਗੀ ਐਜੂਕੇਸ਼ਨ ਨੂੰ ਲੈ ਕੇ। ਠੀਕ ਹੈ, ਅੱਜ ਆਪਾਂ ਇਸ ਦੇ ਬਾਰੇ ਅੱਗੇ ਪੜ੍ਹਦੇ ਹਾਂ ਕਿ ਇਹਨਾਂ ਦਾ ਕਹਿਣਾ ਹੈ। ਦੇਖੋ ਆਪਾਂ ਨੇ ਕੀ ਕਵਰ ਕੀਤਾ ਸੀ। ਕੋਠਾਰੀ ਕਮਿਸ਼ਨ, ਉਹਦੀ ਨਿਯੁਕਤੀ ਕਿਹਨੇ ਕੀਤੀ ਸੀ, ਕਦੋਂ ਹੋਈ ਸੀਗੀ। ਠੀਕ ਹੈ, ਸਾਰਾ ਇਹ ਦੱਸਿਆ ਸੀ ਕਦੋਂ ਉਹ ਭੰਗ ਹੋਈ ਸੀਗੀ, ਕਿੰਨੇ ਉਹਨਾਂ ਦੇ ਵਿੱਚ ਗਰੁੱਪ ਸੀਗੇ। ਠੀਕ ਹੈ, ਕੀ ਉਹਨੇ ਕੰਮ ਕੀਤੇ ਸੀ, ਉਹਦੇ ਮਹੱਤਵਪੂਰਨ ਉਦੇਸ਼ ਕੀ ਸੀ, ਇਹ ਕੱਲ੍ਹ ਆਪਾਂ ਸਾਰਾ ਕਰ ਚੁੱਕੇ ਹਾਂ। ਕੋਠਾਰੀ ਕਮਿਸ਼ਨ ਦੀਆਂ 23 ਸਿਫਾਰਸ਼ਾਂ ਕਿਹੜੀਆਂ ਸੀ ਉਹ ਆਪਾਂ ਦੱਸ ਚੁੱਕੇ ਹਾਂ। ਠੀਕ ਹੈ, ਇਹ ਕੱਲ੍ਹ ਸਾਰਾ ਆਪਾਂ ਪੜ੍ਹ ਚੁੱਕੇ ਹਾਂ ਨਾ। ਉਸ ਤੋਂ ਬਾਅਦ ਕੋਠਾਰੀ ਕਮਿਸ਼ਨ ਦੀਆਂ ਮਹੱਤਵਪੂਰਨ ਸਿਫਾਰਸ਼ਾਂ ਬਾਰੇ, ਜਿਹੜੀਆਂ ਕਿ 7 ਸਿਫਾਰਸ਼ਾਂ, ਉਹਨਾਂ ਦੀਆਂ ਮੈਂ ਸੰਖੇਪ ਕਰਕੇ ਤੁਹਾਨੂੰ ਦੱਸਿਆ ਸੀ, ਉਹ ਵੀ ਤੁਹਾਨੂੰ ਕਰਵਾ ਚੁੱਕੀ ਹਾਂ ਜੀ। ਅੱਜ ਆਪਾਂ ਕਰਾਂਗੇ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਨਤੀਜੇ। ਜਿਹੜੀ ਕੋਠਾਰੀ ਕਮਿਸ਼ਨ ਨੇ ਸਿਫਾਰਸ਼ਾਂ ਕੀਤੀਆਂ ਸੀ ਉਹਦੇ ਕੀ ਨਤੀਜੇ ਨਿਕਲੇ, ਅੱਜ ਆਪਾਂ ਉਹ ਪੜਾਂਗੇ ਜੀ। ਠੀਕ ਹੈ, ਇੱਕ ਆਪਾਂ ਸੈਕੰਡਰੀ ਕਮਿਸ਼ਨ ਪੜ੍ਹਿਆ ਸੀਗਾ। ਠੀਕ ਹੈ, ਉਹਦਾ ਵੀ ਜੋ ਪਾਰਟ ਪੈਂਡਿੰਗ ਸੀ ਆਪਾਂ ਅੱਜ ਪੂਰਾ ਕਰ ਲਾਂਗੇ। ਠੀਕ ਹੈ, ਮੈਂ ਦੱਸਿਆ ਸੀ ਕਿ ਉਹਦਾ ਕੁਝ ਪਾਰਟ ਪੈਂਡਿੰਗ ਹੈ। ਠੀਕ ਹੈ, ਉਹ ਵੀ ਅੱਜ ਆਪਾਂ ਪੂਰਾ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਪੜਾਂਗੇ ਜੀ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਨਤੀਜੇ। ਜਿਹੜੀ ਕੋਠਾਰੀ ਕਮਿਸ਼ਨ ਸੀ, ਜਿਹੜੀਆਂ ਉਹਨੇ ਸਿਫਾਰਸ਼ਾਂ ਕੀਤੀਆਂ ਸੀ, ਉਹਦੇ ਕੀ ਨਤੀਜੇ ਨਿਕਲੇ। ਕੋਠਾਰੀ ਕਮਿਸ਼ਨ ਦੁਆਰਾ ਸਿਫਾਰਿਸ਼ ਕੀਤੇ ਅਨੁਸਾਰ ਰਾਸ਼ਟਰੀ ਪੱਧਰ ਉੱਤੇ ਸਿੱਖਿਆ ਪ੍ਰਣਾਲੀ ਨੂੰ 10-2-3 ਪੈਟਰਨ ਵਿੱਚ ਜੋੜਿਆ ਗਿਆ ਸੀ। 10+2 ਤੇ +3 ਪੈਟਰਨ ਵਿੱਚ ਜੋੜਿਆ ਗਿਆ ਸੀ 10th ਤੱਕ, ਫਿਰ +2। ਠੀਕ ਹੈ, +1 +2, ਦੈਨ ਗ੍ਰੈਜੂਏਸ਼ਨ, ਫਸਟ ਈਅਰ, ਸੈਕੰਡ ਈਅਰ, ਥਰਡ ਈਅਰ। ਕੋਠਾਰੀ ਕਮਿਸ਼ਨ ਦੁਆਰਾ ਸਿਫਾਰਸ਼ਾਂ ਕੀਤੇ ਅਨੁਸਾਰ ਰਾਸ਼ਟਰੀ ਪੱਧਰ ਉੱਤੇ ਸਿੱਖਿਆ ਪ੍ਰਣਾਲੀ ਨੂੰ 10+2 +3 ਪੈਟਰਨ ਵਿੱਚ ਜੋੜਿਆ ਗਿਆ ਸੀ। ਕੋਠਾਰੀ ਕਮਿਸ਼ਨ ਦੀਆਂ ਸਭ ਤੋਂ ਮਹੱਤਵਪੂਰਨ ਸਿਫਾਰਸ਼ਾਂ ਵਿੱਚੋਂ ਇੱਕ ਸਿੱਖਿਆ ਬਾਰੇ ਰਾਸ਼ਟਰੀ ਨੀਤੀ ਸੀ। ਇਹ ਬਿੱਲ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਅਗਵਾਈ ਵਿੱਚ ਸੰਸਦ ਵਿੱਚ ਪਾਸ ਕੀਤਾ ਗਿਆ ਸੀ। ਥਰਡ ਪੁਆਇੰਟ ਇਹ ਵੀ ਦੱਸਿਆ ਗਿਆ ਹੈ ਕਿ 1986 ਵਿੱਚ ਸਿੱਖਿਆ ਬਾਰੇ ਰਾਸ਼ਟਰੀ ਨੀਤੀ, ਜੋ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਅਗਵਾਈ ਵਿੱਚ ਬਣਾਈ ਗਈ ਸੀ, ਉਹ ਵੀ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਪ੍ਰਭਾਵਿਤ ਸੀਗੀ। ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਭਾਰਤ ਵਿੱਚ ਸਿੱਖਿਆ ਖੇਤਰ ਨੂੰ ਰਾਸ਼ਟਰੀ ਸੰਸਥਾਵਾਂ, ਰਾਜ ਸੰਸਥਾਵਾਂ ਅਤੇ ਕੇਂਦਰੀ ਬੋਰਡ ਵਿੱਚ ਵੰਡਿਆ ਗਿਆ ਸੀ। ਠੀਕ ਹੈ, ਜੋ ਉਹਦੇ ਕੀ ਨਤੀਜੇ ਨਿਕਲੇ ਉਹਨਾਂ ਦੀ ਗੱਲ ਹੋ ਰਹੀ ਹੈ ਹੁਣ। ਸਭ ਤੋਂ ਪਹਿਲਾਂ ਤਾਂ ਜਿਹੜਾ 10+2 +3 ਵਾਲਾ ਪੈਟਰਨ ਸੀ, ਉਹ ਰਾਸ਼ਟਰੀ ਪੱਧਰ 'ਤੇ ਸਿੱਖਿਆ ਪ੍ਰਣਾਲੀ ਦੇ ਵਿੱਚ ਜੋੜਿਆ ਗਿਆ। ਕਿਹਦੀ ਸਿਫਾਰਿਸ਼ 'ਤੇ? ਕੋਠਾਰੀ ਕਮਿਸ਼ਨ ਦੀ। ਠੀਕ ਹੈ ਜੀ। ਕੀ ਦੱਸਿਆ ਹੋਇਆ ਹੈ ਕਿ ਕੋਠਾਰੀ ਕਮਿਸ਼ਨ ਦੁਆਰਾ ਸਿਫਾਰਿਸ਼ ਕੀਤੇ ਅਨੁਸਾਰ ਰਾਸ਼ਟਰੀ ਪੱਧਰ ਉੱਤੇ, ਠੀਕ ਹੈ, ਕੋਠਾਰੀ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ, ਉਸ ਸਿਫਾਰਿਸ਼ ਕੀਤੇ ਅਨੁਸਾਰ ਰਾਸ਼ਟਰੀ ਪੱਧਰ 'ਤੇ ਸਿੱਖਿਆ ਪ੍ਰਣਾਲੀ ਨੂੰ 10+2 +3 ਪੈਟਰਨ ਵਿੱਚ ਜੋੜਿਆ ਗਿਆ ਸੀ। ਉਸ ਤੋਂ ਬਾਅਦ ਕੋਠਾਰੀ ਕਮਿਸ਼ਨ ਦੀਆਂ ਸਭ ਤੋਂ ਮਹੱਤਵਪੂਰਨ ਸਿਫਾਰਸ਼ਾਂ ਵਿੱਚੋਂ ਇੱਕ ਕੀ ਸੀ? ਇੱਕ ਸਿੱਖਿਆ ਬਾਰੇ ਰਾਸ਼ਟਰੀ ਨੀਤੀ ਸੀ। ਇਹ ਬਿੱਲ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਅਗਵਾਈ ਵਿੱਚ ਸੰਸਦ ਵਿੱਚ ਪਾਸ ਕੀਤਾ ਗਿਆ ਸੀ। ਠੀਕ ਹੈ, ਕਿਹੜਾ ਬਿੱਲ? ਸਿੱਖਿਆ ਬਾਰੇ ਰਾਸ਼ਟਰੀ ਨੀਤੀ ਸੀ। ਜਿਹੜੀ ਕਿ ਸਿੱਖਿਆ ਬਾਰੇ ਰਾਸ਼ਟਰੀ ਨੀਤੀ ਸੀ, ਉਹ ਇਹਨਾਂ ਦੀ ਸਭ ਤੋਂ ਮਹੱਤਵਪੂਰਨ ਸਿਫਾਰਸ਼ਾਂ ਵਿੱਚੋਂ ਇੱਕ ਸੀ। ਤੇ ਜਿਹੜਾ ਇਹ ਬਿੱਲ ਸੀ, ਇਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਅਗਵਾਈ ਵਿੱਚ ਸੰਸਦ ਵਿੱਚ ਪਾਸ ਕੀਤਾ ਗਿਆ ਸੀ। ਫਿਰ ਇਹ ਵੀ ਦੱਸਿਆ ਗਿਆ ਕਿ ਜਿਹੜੀ ਕਿ 1986 ਦੇ ਵਿੱਚ ਸਿੱਖਿਆ ਬਾਰੇ ਰਾਸ਼ਟਰੀ ਨੀਤੀ, ਜੋ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਅਗਵਾਈ ਵਿੱਚ ਬਣਾਈ ਗਈ ਸੀ, ਉਹ ਵੀ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਪ੍ਰਭਾਵਿਤ ਸੀਗੀ। ਉਸ ਤੋਂ ਬਾਅਦ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ, ਠੀਕ ਹੈ, ਜਿਹੜੀ ਕੋਠਾਰੀ ਕਮਿਸ਼ਨ ਹੈ ਉਹਦੀਆਂ ਸਿਫਾਰਸ਼ਾਂ ਦੇ ਅਨੁਸਾਰ ਜਿਹੜੀ ਭਾਰਤ ਵਿੱਚ ਸਿੱਖਿਆ ਖੇਤਰ ਨੂੰ ਰਾਸ਼ਟਰੀ ਸੰਸਥਾਵਾਂ, ਰਾਜ ਸੰਸਥਾਵਾਂ ਅਤੇ ਕੇਂਦਰੀ ਬੋਰਡ ਵਿੱਚ ਵੰਡਿਆ ਗਿਆ ਸੀ। ਜਿਹੜੀ ਕਿ ਸਿੱਖਿਆ ਨੂੰ ਡਿਵਾਈਡ ਕੀਤਾ ਗਿਆ ਸੀ ਜੀ ਰਾਸ਼ਟਰੀ ਸੰਸਥਾਵਾਂ, ਰਾਜ ਸੰਸਥਾਵਾਂ ਜਾਂ ਕੇਂਦਰੀ ਬੋਰਡ ਦੇ ਵਿੱਚ, ਉਹ ਵੀ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਹੀ ਕੀਤਾ ਗਿਆ ਸੀ। ਸਮਝ ਆ ਗਿਆ ਜੀ? ਕੋਈ ਮੁਸ਼ਕਿਲ ਨਹੀਂ ਸੀ।
ਇਹ ਥਿਊਰੀ ਨੂੰ ਅਗਰ ਚੰਗੀ ਤਰ੍ਹਾਂ ਪੜ੍ਹ ਲਓਗੇ, ਠੀਕ ਹੈ, ਤਾਂ ਤੁਹਾਡੇ ਕੁਐਸਚਨਸ ਆਪਣੇ ਆਪ ਹੁੰਦੇ ਰਹਿਣਗੇ। ਜਿਹੜੇ ਕੁਐਸਚਨਸ ਪੇਪਰ ਦੇ ਵਿੱਚ ਆਣਗੇ ਉਹ ਆਪਣੇ ਆਪ ਹੁੰਦੇ ਰਹਿਣਗੇ। ਸਿਫਾਰਸ਼ਾਂ ਦੇ ਕੀ ਨਤੀਜੇ ਨਿਕਲੇ, ਉੱਥੇ ਆਪਣਾ ਕੋਠਾਰੀ ਕਮਿਸ਼ਨ ਖਤਮ ਹੁੰਦਾ ਹੈ। ਨਤੀਜਿਆਂ ਤੇ ਆਪਣਾ ਜਿਹੜਾ ਹੈਗਾ ਜੀ ਕੋਠਾਰੀ ਕਮਿਸ਼ਨ ਖਤਮ ਹੁੰਦਾ ਹੈ। ਠੀਕ ਹੈ ਬੱਚਿਓ, ਆਪਾਂ ਪੋਲਿਸੀਜ਼ ਐਂਡ ਪ੍ਰੋਗਰਾਮਸ ਰਿਲੇਟਿਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਉਹ ਕਰ ਰਹੇ ਹਾਂ। ਹਲੇ ਆਪਾਂ ਸਿਰਫ ਆਹੀ ਸਬਜੈਕਟ ਕਰ ਰਹੇ ਹਾਂ। ਠੀਕ ਹੈ ਜੀ, ਪੋਲਿਸੀਜ਼ ਐਂਡ ਪ੍ਰੋਗਰਾਮਸ ਰਿਲੇਟਿਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਜਿਵੇਂ ਹੀ ਆਪਾਂ ਦੂਸਰਾ ਸਬਜੈਕਟ ਸ਼ੁਰੂ ਕਰਾਂਗੇ ਤੁਹਾਨੂੰ ਦੱਸ ਦਿੱਤਾ ਜਾਊਗਾ। ਠੀਕ ਹੈ ਜੀ, ਹੁਣ ਆਓ ਇਹਦੇ ਬਾਰੇ 5-6 ਕੁਐਸਚਨਸ ਮੈਂ ਕੋਠਾਰੀ ਕਮਿਸ਼ਨ ਬਾਰੇ ਲੈ ਕੇ ਆਈ ਹਾਂ। ਓਬਜੈਕਟਿਵ ਕੁਐਸਚਨ ਜਿਹੜੇ ਟਿਕ ਮਾਰਕ ਵਾਲੇ ਕੁਐਸਚਨ ਹੁੰਦੇ ਆ ਉਹ ਤਾਂ ਮੈਂ ਤੁਹਾਨੂੰ ਕਰਵਾਉਂਗੀ ਹੀ ਕਰਵਾਉਂਗੀ। ਜਿਹੜੇ ਇਹ ਐਸੇ ਕੁਐਸਚਨਸ ਬਣ ਰਹੇ ਸੀ ਇਹਨਾਂ ਵਿੱਚੋਂ ਵੀ ਪੇਪਰ ਦੇ ਵਿੱਚ ਆਉਣ ਦੀ ਸੰਭਾਵਨਾ ਹੁੰਦੀ ਹੈ, ਤਾਂ ਮੈਂ ਐਸੇ ਕੁਐਸਚਨ ਤੁਹਾਡੇ ਲਈ ਲੈ ਆਈ। ਆਣਗੇ ਟਿਕ ਮਾਰਕ ਵਾਲੇ ਹੀ, ਕਿਤੇ ਤੁਸੀਂ ਸੋਚਣ ਲੱਗ ਜਾਓ ਕਿ ਐਵੇਂ ਲਿਖਣ ਵਾਲੇ ਕੁਐਸਚਨਸ ਆਣਗੇ, ਨਹੀਂ, ਟਿਕ ਮਾਰਕ ਵਾਲੇ ਹੀ ਆਣਗੇ। ਇਹਨਾਂ ਚੋਂ ਅੱਗੇ ਕੁਐਸਚਨ ਬਣ ਕੇ ਆਣਗੇ, ਉਹ ਮੈਂ ਦੱਸਦੀ ਹਾਂ ਕਿਵੇਂ। ਭਾਰਤੀ ਸਿੱਖਿਆ ਪ੍ਰਣਾਲੀ ਨਾਲ ਸੰਬੰਧਿਤ ਹੋਰ ਕਿਹੜੇ ਕਮਿਸ਼ਨ ਹਨ? ਠੀਕ ਹੈ, ਇਹਨਾਂ ਨੇ ਕੀ ਪੁੱਛਿਆ ਜੀ ਕਿ ਭਾਰਤੀ ਸਿੱਖਿਆ ਪ੍ਰਣਾਲੀ ਦੇ ਨਾਲ ਸੰਬੰਧਿਤ ਹੋਰ ਕਮਿਸ਼ਨ ਕਿਹੜੇ ਹਨ? ਤਾਂ ਕਿਹੜੇ ਕਿਹੜੇ ਹੈ ਜੀ? ਭਾਰਤ ਦੇ ਕੇਂਦਰੀ ਸਲਾਹਕਾਰ ਬੋਰਡ ਨੇ 2 ਕਮਿਸ਼ਨਾਂ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਯੂਨੀਵਰਸਿਟੀ ਸਿੱਖਿਆ ਦੀ ਸਥਿਤੀ ਬਾਰੇ ਰਿਪੋਰਟ ਦੇਣ ਲਈ ਯੂਨੀਵਰਸਿਟੀ ਸਿੱਖਿਆ ਕਮਿਸ਼ਨ ਅਤੇ ਸੈਕੰਡਰੀ ਸਿੱਖਿਆ ਨਾਲ ਨਜਿੱਠਣ ਲਈ ਮੁਦਲੀਅਰ ਕਮਿਸ਼ਨ। ਇੱਕ ਤਾਂ ਆਪਣਾ ਕੋਠਾਰੀ ਕਮਿਸ਼ਨ ਹੋ ਗਿਆ। ਉਹ ਤੋਂ ਬਾਅਦ ਜਿਹੜੇ 2 ਹੋਰ ਕਮਿਸ਼ਨ ਹੈ ਉਹ ਕਿਹੜੇ ਹੈ ਜੀ? ਆ ਦੇਖੋ ਕੀ ਦਿੱਤਾ ਹੋਇਆ ਹੈ, ਭਾਰਤ ਦੀ ਕੇਂਦਰੀ, ਜਿਹੜੇ ਕਿ ਭਾਰਤ ਦੇ ਕੇਂਦਰੀ ਸਲਾਹਕਾਰ ਬੋਰਡ ਸੀ। ਠੀਕ ਹੈ, ਉਹਨਾਂ ਨੇ ਕਿੰਨੇ ਕਮਿਸ਼ਨਾਂ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਸੀ? 2 ਕਮਿਸ਼ਨਾਂ ਦਾ। ਠੀਕ ਹੈ, 2 ਕਮਿਸ਼ਨਾਂ ਦਾ ਸਥਾਪਨਾ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਯੂਨੀਵਰਸਿਟੀ ਸਿੱਖਿਆ ਦੀ ਸਥਿਤੀ ਬਾਰੇ ਆ ਦੇਖੋ, ਜਿਹੜੀ ਕਿ ਭਾਰਤੀ ਯੂਨੀਵਰਸਿਟੀ ਦੀ ਸਥਿਤੀ ਸੀ, ਸਿੱਖਿਆ ਦੀ ਸਥਿਤੀ ਸੀ, ਉਸ ਬਾਰੇ ਰਿਪੋਰਟ ਦੇਣ ਲਈ ਯੂਨੀਵਰਸਿਟੀ ਨੇ ਸਿੱਖਿਆ ਕਮਿਸ਼ਨ 1948, ਠੀਕ ਹੈ, ਅਤੇ ਸੈਕੰਡਰੀ ਸਿੱਖਿਆ ਲਈ ਮੁਦਲੀਅਰ ਕਮਿਸ਼ਨ 1952 ਤੇ 53 ਬਣਾਏ ਸੀ। ਠੀਕ ਹੈ, ਹੁਣ ਇਹ ਪੁੱਛ ਸਕਦੇ ਆ ਕਿ ਕਿੰਨੇ ਕਮਿਸ਼ਨ ਸੀ? ਇੱਕ ਤਾਂ ਕੋਠਾਰੀ ਕਮਿਸ਼ਨ ਹੋ ਗਿਆ, ਹੋਰ ਕਿਹੜੇ ਕਿਹੜੇ ਕਮਿਸ਼ਨ ਸੀ ਜੀ? ਇਹ ਵੀ ਕੁਐਸਚਨ ਆ ਸਕਦਾ ਕਿ ਭਾਰਤੀ ਯੂਨੀਵਰਸਿਟੀ ਸਿੱਖਿਆ ਦੀ ਸਥਿਤੀ ਬਾਰੇ ਰਿਪੋਰਟ ਦੇਣ ਲਈ ਕਿਹੜੀ ਕਮਿਸ਼ਨ ਸੀ? ਸਿੱਖਿਆ ਕਮਿਸ਼ਨ 1948। ਠੀਕ ਹੈ, ਤੇ ਸੈਕੰਡਰੀ ਸਿੱਖਿਆ ਲਈ ਨਜਿੱਠਣ ਲਈ ਕਿਹੜੀ ਕਮਿਸ਼ਨ ਸੀ? ਮੁਦਲੀਅਰ ਕਮਿਸ਼ਨ। ਠੀਕ ਹੈ ਜੀ, ਠੀਕ ਹੈ, ਸਮਝ ਆ ਗਿਆ? ਇਹ ਨਾ ਹੁਣ ਤੁਸੀਂ ਕਮੈਂਟ ਕਰਨ ਲੱਗ ਜਿਓ ਕਿ ਮੈਡਮ ਐਵੇਂ ਕੁਐਸਚਨ ਆਣਗੇ ਜੀ। ਐਵੇਂ ਨਹੀਂ ਆਣਗੇ ਬੱਚੇ, ਆਣਗੇ ਓਬਜੈਕਟਿਵ ਟਾਈਪ ਹੀ। ਠੀਕ ਹੈ, ਮਤਲਬ ਟਿਕ ਮਾਰਕ ਵਾਲੇ ਕੁਐਸਚਨ ਹੀ ਆਣਗੇ। ਲੇਕਿਨ ਆਪਾਂ ਇਹ ਕੁਐਸਚਨਸ ਮੈਂ ਤਾਂ ਕਰਵਾ ਰਹੀ ਹਾਂ ਕਿਉਂਕਿ ਇਹ ਮੈਨੂੰ ਇੰਪੋਰਟੈਂਟ ਲੱਗੇ, ਤੇ ਹਰ ਇੱਕ ਕੁਐਸਚਨ ਦੇ ਵਿੱਚ 1-1 2-2 ਕੁਐਸਚਨਸ ਬਣਦੇ ਨੇ। ਠੀਕ ਹੈ, ਅੱਗੇ ਆ ਜਾਓ। ਕੋਠਾਰੀ ਕਮਿਸ਼ਨ ਦਾ ਨਤੀਜਾ ਕੀ ਨਿਕਲਿਆ? ਹੁਣ ਇਹਨਾਂ ਨੇ ਕੀ ਪੁੱਛਿਆ ਜੀ? ਕੋਠਾਰੀ ਕਮਿਸ਼ਨ ਦਾ ਨਤੀਜਾ ਕੀ ਨਿਕਲਿਆ ਸੀ? ਕੋਠਾਰੀ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਸੀ, ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਜਿਹੜੀ ਕਿ 1968 ਦੀ ਰਾਸ਼ਟਰੀ ਸਿੱਖਿਆ ਨੀਤੀ ਸੀ ਉਹ ਤਿਆਰ ਕੀਤੀ ਗਈ ਸੀ। ਠੀਕ ਹੈ, ਹੁਣ ਕੀ ਕੁਐਸਚਨ ਆ ਸਕਦਾ ਹੈ ਕਿ ਕੋਠਾਰੀ ਕਮਿਸ਼ਨ ਦਾ ਨਤੀਜਾ ਕੀ ਨਿਕਲਿਆ? ਇਹ ਕੁਐਸਚਨ 'ਚ ਆ ਸਕਦਾ ਹੈ ਜੀ 1968 ਦੀ ਰਾਸ਼ਟਰੀ ਸਿੱਖਿਆ ਨੀਤੀ ਤਿਆਰ ਕੀਤੀ ਗਈ, ਮੁਦਲੀਅਰ ਕਮਿਸ਼ਨ ਤਿਆਰ ਕੀਤਾ ਗਿਆ। ਠੀਕ ਹੈ, ਕੁਝ ਵੀ ਉੱਥੋਂ ਪੁੱਛ ਸਕਦੇ 4। ਤਾਂ ਆਪਣਾ ਆਨਸਰ ਕੀ ਹੈ ਕਿ ਇਹਦਾ ਨਤੀਜਾ ਕੀ ਨਿਕਲਿਆ ਕਿ ਜਿਹੜੀ 1968 ਦੇ ਵਿੱਚ ਰਾਸ਼ਟਰੀ ਸਿੱਖਿਆ ਸੀ, ਠੀਕ ਹੈ, ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਸੀ ਉਹ ਤਿਆਰ ਕੀਤੀ ਗਈ ਸੀ। 1968 ਦੀ ਰਾਸ਼ਟਰੀ ਸਿੱਖਿਆ ਨੀਤੀ ਤਿਆਰ ਕੀਤੀ ਗਈ ਸੀ। ਕਲੀਅਰ ਹੈ? ਅੱਗੇ ਆ ਜਾਓ ਜੀ। ਕੋਠਾਰੀ ਕਮਿਸ਼ਨ ਦੇ ਮੁੱਖ ਉਦੇਸ਼ ਕੀ ਸਨ? ਠੀਕ ਹੈ, ਕੋਠਾਰੀ ਕਮਿਸ਼ਨ ਦੇ ਮੁੱਖ ਉਦੇਸ਼ ਕੀ ਸਨ? ਮੁੱਖ ਉਦੇਸ਼ ਕੀ ਸਨ? ਇਸ ਦਾ ਇਰਾਦਾ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਦੱਖਣੀ ਰਾਜਾਂ ਦੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸੀ। ਇਹ ਗੈਰ ਹਿੰਦੀ ਬੋਲਣ ਵਾਲੇ ਇੱਕ ਮਿੰਟ ਬੱਚੇ, ਇਹ ਗੈਰ ਹਿੰਦੀ ਬੋਲਣ ਵਾਲੇ ਰਾਜਾਂ ਨੂੰ ਇੱਕ ਮਿੰਟ ਸਟੂਡੈਂਟਸ, ਇੱਕ ਮਿੰਟ, ਹਾਂਜੀ, ਇਸ ਦਾ ਇਰਾਦਾ ਕੀ ਸੀ? ਇਸ ਦਾ ਇਰਾਦਾ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਦੱਖਣੀ ਰਾਜਾਂ ਦੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸੀ। ਠੀਕ ਹੈ, ਫਿਰ ਇਹ ਗੈਰ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਹਿੰਦੀ, ਅੰਗਰੇਜ਼ੀ ਅਤੇ ਇੱਕ ਖੇਤਰੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਸੀ। ਕੋਠਾਰੀ ਕਮਿਸ਼ਨ ਨੇ ਖੇਤਰੀ ਭਾਸ਼ਾਵਾਂ ਸੰਸਕ੍ਰਿਤ ਦੇ ਨਾਲ ਨਾਲ
ਅੰਤਰਰਾਸ਼ਟਰੀ ਭਾਸ਼ਾਵਾਂ ਤਰਜੀਹੀ ਤੌਰ ਉੱਤੇ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਨ ਦੀ ਸਿਫਾਰਿਸ਼ ਕੀਤੀ ਸੀ। ਠੀਕ ਹੈ ਜੀ, ਸਮਝ ਆਇਆ ਕੀ ਹੈ ਜੀ। ਕੋਠਾਰੀ ਕਮਿਸ਼ਨ ਦੇ ਮੁੱਖ ਉਦੇਸ਼ ਕੀ ਸਨ? ਇਹਦਾ ਸਭ ਤੋਂ ਪਹਿਲਾ ਇਰਾਦਾ ਕੀ ਸੀ? ਹਿੰਦੀ ਬੋਲਣ ਵਾਲੇ ਰਾਜਾਂ ਦੇ ਵਿੱਚ, ਜਿਹੜੇ ਕਿ ਰਾਜ ਹਿੰਦੀ ਬੋਲਦੇ ਸੀ, ਉਹ ਰਾਜਾਂ ਦੇ ਵਿੱਚ ਦੱਖਣੀ ਰਾਜਾਂ ਦੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਗੈਰ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਹਿੰਦੀ, ਅੰਗਰੇਜ਼ੀ ਅਤੇ ਇੱਕ ਖੇਤਰੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਸੀ। ਫਿਰ ਜੀ ਕੋਠਾਰੀ ਕਮਿਸ਼ਨ ਨੇ ਖੇਤਰੀ ਭਾਸ਼ਾਵਾਂ ਸੰਸਕ੍ਰਿਤ ਦੇ ਨਾਲ ਅੰਤਰਰਾਸ਼ਟਰੀ ਭਾਸ਼ਾਵਾਂ ਤਰਜੀਹੀ ਤੌਰ ਉੱਤੇ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਨ ਦੀ ਸਿਫਾਰਿਸ਼ ਕੀਤੀ ਸੀ। ਠੀਕ ਹੈ ਜੀ, ਇਹ ਕੋਠਾਰੀ ਕਮਿਸ਼ਨ ਦੇ ਮੁੱਖ ਉਦੇਸ਼ ਸੀਗੇ ਜੋ ਕਿ ਤੁਸੀਂ ਯਾਦ ਰੱਖਣੇ ਹੈ। ਸਭ ਤੋਂ ਪਹਿਲਾਂ ਕਿਹੜਾ ਆਇਆ ਜੀ? ਇਸ ਦਾ ਇਰਾਦਾ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਦੱਖਣੀ ਰਾਜਾਂ ਦੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸੀ। ਦੂਜਾ, ਇਹ ਗੈਰ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਹਿੰਦੀ, ਅੰਗਰੇਜ਼ੀ ਅਤੇ ਇੱਕ ਖੇਤਰੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਸੀ। ਤੀਜਾ, ਕੋਠਾਰੀ ਕਮਿਸ਼ਨ ਨੇ ਖੇਤਰੀ ਭਾਸ਼ਾਵਾਂ ਸੰਸਕ੍ਰਿਤ ਦੇ ਨਾਲ ਅੰਤਰਰਾਸ਼ਟਰੀ ਭਾਸ਼ਾਵਾਂ ਤਰਜੀਹੀ ਤੌਰ ਉੱਤੇ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਨ ਦੀ ਸਿਫਾਰਿਸ਼ ਕੀਤੀ ਸੀ। ਕਲੀਅਰ ਹੈ ਸਟੂਡੈਂਟਸ? ਕਲੀਅਰ ਹੈ ਜੀ। ਨੈਕਸਟ ਆ ਜਾਓ ਕੀ ਕਹਿੰਦੇ ਹੈ ਅਗਲਾ ਕੁਐਸਚਨ ਕੀ ਕਹਿੰਦਾ ਆਪਾਂ ਨੂੰ। ਬੱਚੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਤਾਂ ਉਸ ਨੂੰ ਲਾਈਕ ਤੇ ਕਮੈਂਟ ਵੀ ਕਰ ਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਚੱਲਦਾ ਰਹੇ ਕਿ ਤੁਹਾਨੂੰ ਸਮਝ ਆ ਰਿਹਾ ਹੈ ਜੀ ਸਾਰਾ ਕੁਝ ਜਾਂ ਨਹੀਂ ਆ ਰਿਹਾ। ਠੀਕ ਹੈ, ਹੁਣ ਦੇਖੋ ਆਪਾਂ ਇਹ ਕੁਐਸਚਨ ਪੜ੍ਹ ਵੀ ਚੁੱਕੇ ਹਾਂ। ਕੋਠਾਰੀ ਕਮਿਸ਼ਨ ਕਿਸ ਨੇ ਨਿਯੁਕਤ ਕੀਤਾ? ਕੋਠਾਰੀ ਕਮਿਸ਼ਨ ਕਿਸ ਨੇ ਨਿਯੁਕਤ ਕੀਤਾ ਸੀ? ਦੱਸੋ ਸਟੂਡੈਂਟਸ, ਕਿਸ ਨੇ ਨਿਯੁਕਤ ਕੀਤਾ ਸੀ ਕੋਠਾਰੀ ਕਮਿਸ਼ਨ? ਇਹ ਆਪਾਂ ਪੜ੍ਹ ਵੀ ਚੁੱਕੇ ਹਾਂ। ਕੋਠਾਰੀ ਕਮਿਸ਼ਨ ਦੀ ਨਿਯੁਕਤੀ ਕੇਂਦਰ ਸਰਕਾਰ ਦੁਆਰਾ। ਠੀਕ ਹੈ, ਕਿਹਨੇ ਨਿਯੁਕਤ ਕੀਤਾ ਸੀ? ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ। ਕੋਠਾਰੀ ਕਮਿਸ਼ਨ ਦੀ ਨਿਯੁਕਤੀ ਕਿਸਨੇ ਕੀਤੀ? ਉਸ ਤੋਂ ਬਾਅਦ ਤੁਹਾਨੂੰ ਆਪਸ਼ਨਸ ਦੇ ਦੇਣਗੇ। ਠੀਕ ਹੈ, ਤਾਂ ਆਪਾਂ ਕਿਹੜਾ ਆਪਸ਼ਨ ਲਾਵਾਂਗੇ ਜੀ? ਜਿੱਥੇ ਹੋਊਗਾ ਕੇਂਦਰ ਸਰਕਾਰ। ਜਿੱਥੇ ਕੀ ਹੋਊਗਾ ਜੀ? ਕੇਂਦਰ ਸਰਕਾਰ। ਕੋਠਾਰੀ ਕਮਿਸ਼ਨ ਦੀ ਨਿਯੁਕਤੀ ਕੇਂਦਰ ਸਰਕਾਰ ਦੁਆਰਾ ਵਿਦਿਅਕ ਪਹਿਲੂਆਂ ਦੀ ਖੋਖ ਕਰਨ ਅਤੇ ਭਾਰਤ ਵਿੱਚ ਸਿੱਖਿਆ ਦੇ ਪੈਟਰਨ ਲਈ ਦਿਸ਼ਾ ਨਿਰਦੇਸ਼ ਤੈਅ ਕਰਨ ਲਈ ਖੇਤਰ ਨੂੰ ਸੁਧਾਰਨ ਲਈ ਕੀਤੀ ਗਈ ਸੀ। ਠੀਕ ਹੈ, ਕੋਠਾਰੀ ਕਮਿਸ਼ਨ ਦੀ ਨਿਯੁਕਤੀ ਕਿਉਂ ਹੋਈ ਸੀ ਜੀ? ਕੇਂਦਰ ਸਰਕਾਰ ਦੁਆਰਾ ਕੀਤੀ ਗਈ ਸੀ। ਕਿਉਂ ਕੀਤੀ ਗਈ ਸੀ? ਵਿਦਿਅਕ ਪਹਿਲੂਆਂ ਦੀ ਖੋਖ ਕਰਨ, ਜਿਹੜੇ ਕਿ ਆਪਣੀ ਐਜੂਕੇਸ਼ਨ ਦੀਆਂ ਚੀਜ਼ਾਂ ਸੀ। ਠੀਕ ਹੈ, ਵਿਦਿਅਕ ਪਹਿਲੂ ਸੀਗੇ, ਉਹਨਾਂ ਨੂੰ ਅੱਛੀ ਤਰ੍ਹਾਂ ਖੋਖ ਕਰਨਾ, ਮਤਲਬ ਅੱਛੀ ਤਰ੍ਹਾਂ ਵੈਰੀਫਾਈ ਕਰਨਾ, ਅੱਛੀ ਤਰ੍ਹਾਂ ਆਪਾਂ ਨੇ ਦੇਖਣਾ ਕਿ ਇਹ ਸਹੀ ਚੱਲ ਰਿਹਾ ਹੈ। ਭਾਰਤ ਵਿੱਚ ਸਿੱਖਿਆ ਦੇ ਪੈਟਰਨ ਲਈ ਦਿਸ਼ਾ ਨਿਰਦੇਸ਼ ਤੈਅ ਕਰਨ ਲਈ ਖੇਤਰ ਨੂੰ ਸੁਧਾਰਨ ਲਈ ਕੀਤੀ ਗਈ ਸੀ। ਕਲੀਅਰ ਹੈ ਜੀ, ਸਮਝ ਆ ਗਿਆ? ਕੋਈ ਵੀ ਡਾਊਟ ਨਹੀਂ ਹੈਗਾ ਇਹ 'ਚ। ਠੀਕ ਹੈ, ਇਹਨਾਂ ਨੇ ਕੀ ਪੁੱਛਿਆ ਜੀ ਕਿ ਕਿਉਂ ਨਿਯੁਕਤੀ ਕੀਤੀ, ਕਿਸ ਨੇ ਨਿਯੁਕਤੀ ਕੀਤੀ ਸੀ? ਕੇਂਦਰ ਸਰਕਾਰ ਨੇ। ਕਿਉਂ? ਐਜੂਕੇਸ਼ਨ ਨੂੰ ਸੁਧਾਰਨ ਲਈ, ਐਜੂਕੇਸ਼ਨ ਦੀ ਜੋ ਵੀ ਚੱਲ ਰਿਹਾ ਸੀਗਾ ਉਹਨੂੰ ਵੈਰੀਫਾਈ ਕਰਨ ਲਈ, ਉਹਦਾ ਪੈਟਰਨ ਦੇਖਣ ਲਈ। ਠੀਕ ਹੈ, ਚਲੋ ਜੀ ਅੱਗੇ ਆ ਜਾਓ। ਭਾਰਤ ਦਾ ਪਹਿਲਾ ਸਿੱਖਿਆ ਕਮਿਸ਼ਨ ਕਿਹੜਾ ਹੈ? ਭਾਰਤ ਦਾ ਪਹਿਲਾ ਸਿੱਖਿਆ ਕਮਿਸ਼ਨ ਕਿਹੜਾ ਹੈ? ਦੱਸੋ। ਭਾਰਤ ਵਿੱਚ ਪਹਿਲਾ ਸਿੱਖਿਆ ਕਮਿਸ਼ਨ ਹੰਟਰ ਕਮਿਸ਼ਨ ਸੀ। ਠੀਕ ਹੈ, ਇਸ ਦੀ ਸਥਾਪਨਾ 3 ਫਰਵਰੀ 1882 ਨੂੰ ਵਾਇਸਰੋਏ ਦੀ ਕਾਰਜਕਾਰੀ ਕੌਂਸਲ ਦੇ ਮੈਂਬਰ ਸਰ ਵਿਲੀਅਮ ਹੰਟਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਸੀ। ਠੀਕ ਹੈ, ਭਾਰਤ ਵਿੱਚ ਪਹਿਲਾ ਸਿੱਖਿਆ ਕਮਿਸ਼ਨ ਕਿਹੜਾ ਸੀ ਜੀ? ਹੰਟਰ ਕਮਿਸ਼ਨ ਸੀ। ਭਾਰਤ ਵਿੱਚ ਪਹਿਲਾ ਸਿੱਖਿਆ ਕਮਿਸ਼ਨ ਹੰਟਰ ਕਮਿਸ਼ਨ ਸੀ। ਜਿਹੜੀ ਇਹਦੀ ਸਥਾਪਨਾ ਸੀ ਉਹ ਕਦੋਂ ਹੋਈ ਸੀ ਜੀ? 3 ਫਰਵਰੀ 1882 ਨੂੰ। ਇਹ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ, ਬਸ ਪਹਿਲਾ ਕਮਿਸ਼ਨ ਯਾਦ ਰੱਖ ਲਓ, ਹੰਟਰ ਕਮਿਸ਼ਨ ਸੀ। ਇਹਦੀ ਜਿਹੜੀ ਸਥਾਪਨਾ ਸੀ ਵਾਇਸਰੋਏ ਦੀ ਕਾਰਜਕਾਰੀ ਕੌਂਸਲ ਦੇ ਮੈਂਬਰ ਸਰ ਵਿਲੀਅਮ ਹੰਟਰ ਦੀ ਪ੍ਰਧਾਨਗੀ ਹੇਠ ਹੋਈ ਸੀ। ਸਰ ਵਿਲੀਅਮ ਹੰਟਰ ਯਾਦ ਰੱਖ ਲਿਓ, ਪਹਿਲਾ ਕਮਿਸ਼ਨ ਸੀਗਾ ਹੰਟਰ ਕਮਿਸ਼ਨ। ਠੀਕ ਹੈ, ਇਹਦੇ ਬਾਰੇ ਆਪਾਂ ਤਾਂ ਨਹੀਂ ਪੜ੍ਹਿਆ ਕਿਉਂਕਿ ਆਪਣੇ ਸਿਲੇਬਸ ਦੇ ਨਾਲ ਰਿਲੇਟ ਨਹੀਂ ਕਰਦਾ ਸੀ, ਪਰ ਚਲੋ ਇਹ ਆਪਾਂ ਨੂੰ ਵਧੀਆ ਵੀ ਪਤਾ ਚੱਲ ਗਿਆ ਕਿ ਸਿੱਖਿਆ ਦਾ ਪਹਿਲਾ ਜਿਹੜਾ ਕਮਿਸ਼ਨ ਸੀ ਉਹ ਹੰਟਰ ਕਮਿਸ਼ਨ। ਇਹ ਕੁਐਸਚਨ ਮੈਂ ਤੁਹਾਡੇ ਲਈ ਪਾ ਦਿੱਤਾ ਹੈ। ਕਲੀਅਰ ਹੈ ਸਟੂਡੈਂਟਸ? ਅੱਗੇ ਆ ਜਾਓ। ਕੋਠਾਰੀ ਕਮਿਸ਼ਨ 1964 ਦਾ ਚੇਅਰਮੈਨ ਕੌਣ ਸੀ? ਇਹ ਵੀ ਆਪਾਂ ਵੈਸੇ ਪੜ੍ਹ ਚੁੱਕੇ ਹਾਂ। ਠੀਕ ਹੈ, ਦੌਲਤ ਸਿੰਘ ਜੀ ਸੀਗੇ। ਕੋਠਾਰੀ ਕਮਿਸ਼ਨ 14 ਜੁਲਾਈ 1964 ਨੂੰ ਦੌਲਤ ਸਿੰਘ ਕਠੋਰੀ ਦੀ ਪ੍ਰਧਾਨਗੀ ਹੇਠ ਬਣਾਇਆ ਗਿਆ ਸੀ।
ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਉਸ ਸਮੇਂ ਦੇ ਚੇਅਰਮੈਨ ਸਨ। ਠੀਕ ਹੈ, ਕੋਠਾਰੀ ਕਮਿਸ਼ਨ ਸੀ ਜਿਹੜੀ ਉਹ ਜੀ 14 ਜੁਲਾਈ 1964 ਨੂੰ ਦੌਲਤ ਸਿੰਘ ਕਠੋਰੀ ਦੇ ਪ੍ਰਧਾਨਗੀ ਹੇਠ ਬਣਾਇਆ ਗਿਆ ਸੀ। ਠੀਕ ਹੈ, ਕੋਠਾਰੀ ਕਮਿਸ਼ਨ ਸੀ ਜਿਹੜਾ ਉਹ ਕਦੋਂ ਬਣਿਆ ਸੀ ਜੀ 14 ਜੁਲਾਈ 1964 ਨੂੰ ਦੌਲਤ ਸਿੰਘ ਕੋਠਾਰੀ ਦੀ ਪ੍ਰਧਾਨਗੀ ਹੇਠ ਬਣਾਇਆ ਗਿਆ ਸੀ। ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਉਸ ਸਮੇਂ ਦੇ ਕੀ ਸੀਗੇ ਚੇਅਰਮੈਨ ਵੀ ਸੀਗੇ। ਠੀਕ ਹੈ ਜੀ, ਇੱਥੇ ਆਪਣਾ ਕੋਠਾਰੀ ਕਮਿਸ਼ਨ ਖਤਮ ਹੁੰਦਾ ਜੀ। ਜੋ ਵੀ ਤੁਹਾਡੇ ਲਈ ਇੰਪੋਰਟੈਂਟ ਸੀ, ਇੰਪੋਰਟੈਂਟ ਤੋਂ ਵੀ ਵੱਧ ਮੈਨੇ ਤੁਹਾਨੂੰ ਕਰਵਾਤਾ ਹੈ। ਠੀਕ ਹੈ, ਅਗਰ ਕੋਠਾਰੀ ਕਮਿਸ਼ਨ ਦੇ ਰਿਲੇਟਿਡ ਪੇਪਰ ਦੇ ਵਿੱਚ ਕੋਈ ਵੀ ਕੁਐਸਚਨ ਆ ਗਿਆ ਤਾਂ ਤੁਸੀਂ ਮਾਰ ਨਹੀਂ ਖਾਓਗੇ। ਠੀਕ ਹੈ, ਬਿਲਕੁਲ ਆਸਾਨ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਸਾਰਾ ਕਰਵਾਇਆ ਹੈ ਜੀ। 2-3 ਵਾਰ ਵੀਡੀਓ ਨੂੰ ਦੇਖ ਲਓਗੇ ਤਾਂ ਆਰਾਮ ਨਾਲ ਤੁਸੀਂ ਕੁਐਸਚਨਸ ਨੂੰ ਅਟੈਂਪਟ ਕਰ ਸਕਦੇ ਹੋ। ਠੀਕ ਹੈ ਸਟੂਡੈਂਟਸ, ਹੁਣ ਆਪਾਂ ਆਨੇ ਆ ਜੀ ਨੈਕਸਟ ਜੋ ਆਪਣਾ ਇੱਕ ਪੈਂਡਿੰਗ ਰਹਿ ਗਿਆ ਸੀ ਉਹ ਮੈਂ ਕਰਵਾ ਰਹੀ ਹਾਂ ਤੁਹਾਨੂੰ। ਠੀਕ ਹੈ, 2 ਮਿੰਟ ਲਈ ਬੱਚਾ ਸਕਰੀਨ ਬਲੈਕ ਹੋਏਗੀ। 2 ਮਿੰਟ ਲਈ ਸਕਰੀਨ ਬਲੈਕ ਹੋਈ ਹੋਏਗੀ ਜੀ। ਕਲਾਸ ਨਹੀਂ ਖਤਮ ਹੋਈ ਹਲੇ, ਵੇਟ ਕਰੋ 2 ਮਿੰਟ। ਸਾਰੇ ਸਟੂਡੈਂਟਸ ਆਪਣੀ ਤਿਆਰੀ ਜਾਰੀ ਰੱਖੋ। ਇਹ ਨਾ ਸੋਚੋ ਜੀ ਪ੍ਰੋਟੈਸਟ ਕਰ ਲਓ, ਐਵੇਂ ਕਰ ਲਓ। ਸਾਰਾ ਕੁਝ ਗਵਰਨਮੈਂਟ ਨੂੰ ਪਤਾ ਹੈ ਜੀ, ਟਾਈਮ ਨਾਲ ਸਾਰਾ ਕੁਝ ਹੁੰਦਾ ਜਾਊਗਾ। ਟੈਨਸ਼ਨ ਨਾ ਲਓ ਤੁਸੀਂ ਕਿਸੇ ਵੀ ਤਰ੍ਹਾਂ ਦੀ। ਠੀਕ ਹੈ ਜੀ, ਦੇਖੋ ਇਸ ਤੋਂ ਪਹਿਲਾਂ ਆਪਾਂ ਬੱਚਾ ਕਲਾਸ ਲਗਾਈ ਸੀ ਮੁਦਲੀਅਰ ਕਮਿਸ਼ਨ ਤੇ। ਠੀਕ ਹੈ, ਮੁਦਲੀਅਰ ਕਮਿਸ਼ਨ ਕਿਹੜੀ ਸੀ ਜੀ? ਭਾਰਤ ਵਿੱਚ ਸੈਕੰਡਰੀ ਸਿੱਖਿਆ ਦੀ ਪ੍ਰਣਾਲੀ ਦੀ ਜਾਂਚ ਕਰਨ ਦੇ ਉਦੇਸ਼ ਨਾਲ ਸਥਾਪਿਤ ਇੱਕ ਸਿੱਖਿਆ ਕਮਿਸ਼ਨ ਸੀ। ਠੀਕ ਹੈ, ਇਹਦੇ ਵਿੱਚ ਆਪਾਂ ਪੜ੍ਹਿਆ ਸੀ ਮੁਦਲੀਅਰ ਕਮਿਸ਼ਨ ਬਾਰੇ ਪੜ੍ਹਿਆ। ਠੀਕ ਹੈ, ਉਹ ਤੋਂ ਬਾਅਦ ਸਾਰੀ ਉਹਦੀ ਜਾਣਕਾਰੀ ਆਪਾਂ ਨੇ ਲਿੱਤੀ। ਫਿਰ ਉਹਨਾਂ ਦੇ ਚੇਅਰਮੈਨ ਕੌਣ ਸੀ, ਸੈਕਟਰੀ ਕੌਣ ਸੀਗੇ। ਠੀਕ ਹੈ, ਫਿਰ ਉਹਨਾਂ ਨੇ ਕੀ ਕੀ ਸਿਫਾਰਸ਼ਾਂ ਕੀਤੀਆਂ ਸੀ, ਇਹ ਆਪਾਂ ਸਾਰਾ ਕੁਝ ਪੜ੍ਹ ਲਿਆ ਸੀ। ਫਿਰ ਉਸ ਤੋਂ ਬਾਅਦ ਮੈਂ ਕੋਠਾਰੀ ਕਮਿਸ਼ਨ ਸ਼ੁਰੂ ਕਰਤਾ ਸੀ, ਹੈ ਨਾ। ਇਹਦਾ ਕੁਝ ਆਪਣਾ ਪੈਂਡਿੰਗ ਰਹਿ ਗਿਆ ਸੀਗਾ, ਉਹ ਅੱਜ ਤੇ ਕੱਲ੍ਹ ਦੇ ਵਿੱਚ ਆਪਣਾ ਪੂਰਾ ਹੋਊਗਾ। ਠੀਕ ਹੈ, ਇੱਥੇ ਤੱਕ ਆਪਾਂ ਕਰ ਲਿਆ ਸੀ। ਸੈਕੰਡਰੀ ਸਿੱਖਿਆ ਦੀ ਨਵਾਂ ਸੰਗਠਨਾਤਮਕ ਪੈਟਰਨ ਇਹ ਪੜ੍ਹ ਲਿਆ ਸੀ ਆਪਾਂ ਨੇ। ਠੀਕ ਹੈ, ਇਹ ਵੀ ਪੜ੍ਹ ਲਿਆ ਸੀ ਜੀ, ਇਹ ਵੀ ਪੜ੍ਹ ਲਿਆ ਸੀ। ਲੋੜ ਪੈਣ ਤੇ ਕੁੜੀਆਂ ਦੇ ਸਕੂਲ ਖੋਲ੍ਹੇ ਜਾਂਦੇ ਹਨ, ਇੱਥੇ ਤੱਕ ਆਪਾਂ ਨੇ ਪੜ੍ਹ ਲਿਆ ਸੀ। ਹੁਣ ਅੱਜ ਆਪਾਂ ਨੇ ਪੜ੍ਹਨਾ ਜੀ ਪਾਠਕ੍ਰਮ। ਇਹਦਾ ਅੱਜ ਤੇ ਕੱਲ੍ਹ ਦੇ ਵਿੱਚ ਪੂਰਾ ਹੋਏਗਾ ਜੀ। ਠੀਕ ਹੈ, ਅੱਜ ਤੇ ਕੱਲ੍ਹ ਦੇ ਵਿੱਚ ਇਹ ਕਮਿਸ਼ਨ ਮੁਦਲੀਅਰ ਕਮਿਸ਼ਨ ਜੋ ਕਿ ਅੱਜ ਦੀ ਕਲਾਸ ਤੋਂ 2 ਲੈਕਚਰ ਪਹਿਲਾਂ ਆਪਾਂ ਲਗਾਇਆ ਸੀ। ਠੀਕ ਹੈ, ਕੋਠਾਰੀ ਕਮਿਸ਼ਨ ਤੋਂ ਪਹਿਲਾਂ ਆਪਣਾ ਇਹ ਲੈਕਚਰ ਲੱਗਿਆ ਸੀ ਮੁਦਲੀਅਰ ਕਮਿਸ਼ਨ ਦਾ। ਠੀਕ ਹੈ, ਉਹਦਾ ਕੁਝ ਪੈਂਡਿੰਗ ਰਹਿ ਗਿਆ ਸੀ, ਕਿਸੇ ਕਾਰਨ ਕਰਕੇ ਉਹ ਆਪਣੀ ਕਲਾਸ ਲੱਗ ਨਹੀਂ ਪਾਈ ਸੀ, ਤਾਂ ਅੱਜ ਆਪਾਂ ਉਹ ਕੰਪਲੀਟ ਕਰਾਂਗੇ। ਠੀਕ ਹੈ, ਅੱਜ ਆਪਾਂ ਇਹ ਕੰਪਲੀਟ ਕਰਾਂਗੇ ਤੇ ਕੱਲ੍ਹ ਵੀ ਆਹੀ ਚੱਲੇਗਾ ਮੁਦਲੀਅਰ ਕਮਿਸ਼ਨ। ਤੇ ਜੋ ਵੀ ਇਹਨਾਂ ਦੇ ਬਣਦੇ ਕੁਐਸਚਨਸ ਹੋਣਗੇ ਮੁਦਲੀਅਰ ਕਮਿਸ਼ਨ ਤੇ ਕੋਠਾਰੀ ਕਮਿਸ਼ਨ ਦੇ ਨਾਲ ਹੀ ਆਪਾਂ ਉਹ ਵੀ ਕਰਾਂਗੇ। ਠੀਕ ਹੈ ਜੀ, ਹੁਣ ਆਪਾਂ ਨੇ ਇਹਨਾਂ ਦੀਆਂ ਸਿਫਾਰਸ਼ਾਂ ਪੜ੍ਹ ਲਈਆਂ ਸੀ ਕਿ ਇਹਨਾਂ ਨੇ ਕੀ ਕੀ ਸਿਫਾਰਸ਼ਾਂ ਕੀਤੀਆਂ ਸੀ। ਠੀਕ ਹੈ, ਹੁਣ ਅੱਗੇ ਇਹਨਾਂ ਨੇ ਕੀ ਜਿਹੜਾ ਪੈਟਰਨ ਸੀ ਇਹਨਾਂ ਦਾ, ਠੀਕ ਹੈ, ਕੀ ਇਹਨਾਂ ਨੇ ਕਰਿਕੂਲਮ ਬਣਾਇਆ ਸੀ, ਕੀ ਪਾਠਕ੍ਰਮ ਇਹਨਾਂ ਨੇ ਤਿਆਰ ਕੀਤਾ ਸੀ, ਕਿਵੇਂ ਇਹ ਆਪਾਂ ਨੂੰ ਕਰਨਾ ਚਾਹੁੰਦੇ ਸੀਗੇ ਸਾਰਾ ਕੁਝ, ਮਤਲਬ ਕਿਵੇਂ ਕੀ ਸਿਸਟਮ ਹੋਣਾ ਚਾਹੀਦਾ ਹੈ, ਕਿਹੜੇ ਕਿਹੜੇ ਵਿਸ਼ੇ ਬੱਚੇ ਚੁਣਨ, ਉਹਦੇ ਬਾਰੇ ਮੈਂ ਸਾਰਾ ਦੱਸੂਗੀ। ਠੀਕ ਹੈ, ਪਾਠਕ੍ਰਮ, ਸਭ ਤੋਂ ਪਹਿਲਾਂ ਆਪਾਂ ਪਾਠਕ੍ਰਮ ਦੀ ਗੱਲ ਕਰਦੇ ਹਾਂ। ਕੁਝ ਲਾਜ਼ਮੀ ਵਿਸ਼ਿਆਂ ਦੀ ਪੜ੍ਹਾਈ ਸਾਰੇ ਵਿਦਿਆਰਥੀਆਂ ਲਈ ਜ਼ਰੂਰੀ ਕਰ ਦਿੱਤੀ ਗਈ ਸੀ। ਠੀਕ ਹੈ, ਕੁਝ ਕੰਪਲਸਰੀ ਸਬਜੈਕਟਸ ਦੀ ਪੜ੍ਹਾਈ ਸਾਰੇ ਵਿਦਿਆਰਥੀਆਂ ਲਈ ਕੀ ਕਰ ਦਿੱਤੀ ਗਈ ਸੀ? ਜ਼ਰੂਰੀ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਵੀ ਕੀ ਸੀ? ਵਿਕਲਪਿਕ ਵਿਸ਼ਿਆਂ ਨੂੰ 7 ਸਮੂਹਾਂ ਵਿੱਚ ਵੰਡਿਆ ਗਿਆ ਸੀ। ਉਹ 7 ਸਮੂਹ ਮੈਂ ਹੁਣ ਕਰਵਾਉਂਗੀ ਤੁਹਾਨੂੰ, ਤਾਂ ਜੋ ਵਿਦਿਆਰਥੀਆਂ ਨੂੰ ਉਹਨਾਂ ਦੀ ਪਸੰਦ ਦੇ ਜਿੰਨੇ ਵੀ ਵਿਸ਼ਿਆਂ ਦਾ ਉਹਨਾਂ ਦੀ ਇੱਛਾ ਦੇ ਅਨੁਸਾਰ ਅਧਿਐਨ ਕਰਨ ਦਾ ਮੌਕਾ ਮਿਲ ਸਕੇ। ਠੀਕ ਹੈ, ਇਹਨਾਂ ਨੇ ਕੀ ਕੀਤਾ ਜੀ, ਮੁਦਲੀਅਰ ਕਮਿਸ਼ਨ ਨੇ ਕੀ ਕੀਤਾ? ਕੁਝ ਸਬਜੈਕਟਸ ਤਾਂ ਲਾਜ਼ਮੀ ਕਰਤੇ, ਕੁਝ ਲਾਜ਼ਮੀ ਵਿਸ਼ਿਆਂ ਦੀ ਪੜ੍ਹਾਈ ਸਾਰੇ ਵਿਦਿਆਰਥੀਆਂ ਲਈ ਜ਼ਰੂਰੀ ਕਰ ਦਿੱਤੀ। ਠੀਕ ਹੈ, ਕਿ ਆਹ ਸਬਜੈਕਟਸ ਤਾਂ ਸਾਰੇ ਬੱਚਿਆਂ ਨੇ ਪੜ੍ਹਨੇ ਹੀ ਪੜ੍ਹਨੇ ਨੇ। ਠੀਕ ਹੈ, ਕੁਝ ਸਬਜੈਕਟਸ ਇਹਨਾਂ ਨੇ ਵਿੱਚ ਐਵੇਂ ਰੱਖਤੇ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਕੀ ਕੀਤਾ? ਵਿਕਲਪਿਕ ਵਿਸ਼ਿਆਂ ਨੂੰ, ਠੀਕ ਹੈ,
किन्ने समूहां दे विच वंडिया जी 7 समूहां दे विच वंडता किन्ने समूह दे विच किन्ने ग्रुप्स दे विच 7 ग्रुप्स दे विच वंडता तां जो विद्यार्थियों नूं उन्हां दे पसंद दे जिन्ने भी विषयां दा उन्हां दी इच्छा अनुसार वो अध्ययन करन दा मौका मिल सके। फिर इन्हां ने की कीता 7 दे विच वंड के कि विद्यार्थियों नूं जिन्ने भी सबजैक्ट्स पसंद है ठीक है उन्हां दी इच्छा दे अनुसार वो उन्हां नूं मौका मिल सके। ठीक है हुण आपां अगे उही पढ़ांगे। लाजमी विषय सब तो पहला आपां पढ़दे हां जी लाजमी विषय। ठीक है खेतरी भाषा या मात भाषा या क्लासिकल भाषा ਅਤੇ ਮਾਤ ਭਾਸ਼ਾ ਦਾ ਸੰਯੁਕਤ ਕੋਰਸ। ਠੀਕ ਹੈ ਹੇਠ ਲਿਖੀਆਂ ਫਿਰ ਦੂਜਾ ਕੀ ਸੀ ਹੇਠ ਲਿਖੀਆਂ ਭਾਸ਼ਾਵਾਂ ਵਿੱਚੋਂ ਇੱਕ। ਠੀਕ ਹੈ ਪਹਿਲਾਂ ਆਪਾਂ ਪੜ੍ਹੀਏ। ਸਭ ਤੋਂ ਪਹਿਲਾਂ ਇਹਨਾਂ ਨੇ ਕੀ ਦਿੱਤਾ ਜੀ ਖੇਤਰੀ ਭਾਸ਼ਾ ਹੋਵੇ ਜਾਂ ਮਾਤ ਭਾਸ਼ਾ ਹੋਵੇ ਲਾਜ਼ਮੀ ਵਿਸ਼ੇ ਦੇ ਵਿੱਚ ਆ ਗਈ ਇਹ। ਠੀਕ ਹੈ ਜਾਂ ਕਲਾਸੀਕਲ ਭਾਸ਼ਾ ਹੋਵੇ। ਖੇਤਰੀ ਭਾਸ਼ਾ ਮਾਤ ਭਾਸ਼ਾ ਕਲਾਸੀਕਲ ਭਾਸ਼ਾ ਅਤੇ ਮਾਤ ਭਾਸ਼ਾ ਦਾ ਸੰਯੁਕਤ ਕੋਰਸ। ਠੀਕ ਹੈ ਹੇਠ ਲਿਖੀਆਂ ਭਾਸ਼ਾਵਾਂ ਵਿੱਚੋਂ ਇੱਕ। ਠੀਕ ਹੈ ਕਿਹੜੀ ਕਿਹੜੀ ਇੱਕ ਕਲਾਸੀਕਲ ਭਾਸ਼ਾ फिर उस तो बाद हिंदी तो इलावा एक होर भारती भाषा। ठीक है उन्नत अंग्रेजी उन्होंने विद्यार्थियों लिए जिन्हों ने पहला अंग्रेजी पढ़ी सीगी। फिर एलीमेंटरी अंग्रेजी सैकेंडरी पढ़ाओ उत्ते इसनूं पढ़ रहे विद्यार्थियों लिए। फिर अंग्रेजी तो इलावा एक होर आधुनिक विदेशी भाषा। ठीक है फिर हिंदी उन्होंने विद्यार्थियों लिए जिन्हों की मात भाषा हिंदी नहीं सी या नहीं। ठीक है नहीं सी जिन्हों की मात भाषा हिंदी नहीं सी। ठीक है सब तो पहला की होया जी लाजमी विषय दे विच इन्हां ने की कहा कि खेतरी भाषा या मात भाषा या क्लासिकल भाषा। ठीक है या मात भाषा का संयुक्त कोर्स। फिर इन्हां ने चॉइस देती कि जिहड़ियां हेठ लिखियां भाषावां इन्हां विचों एक सब तो पहला एक क्लासिकल भाषा दूजी हिंदी तो इलावा एक होर भारती भाषा। ठीक है थर्ड उन्नत अंग्रेजी ये सारियां नहीं इन्हां चों एक पढ़नी है। ठीक है उन्नत अंग्रेजी वो विद्यार्थियों लिए जिन्हों ने पहला अंग्रेजी पढ़ी सीगी। उस तो बाद एलीमेंटरी अंग्रेजी किहदे लई सैकेंडरी पढ़ाओ उत्ते इसनूं पढ़ रहे विद्यार्थियों लिए। ठीक है फिर अंग्रेजी तो इलावा एक होर आधुनिक विदेशी भाषा। ठीक है फिर हिंदी उन्हां विद्यार्थियों लिए जिन्हां दी मात भाषा हिंदी नहीं सीगी। क्लीयर है ये किसी भी तरीके का कोई डाउट नहीं है। ठीक है जी अगे आ जाओ अगे देखो की है पहली चीज़ क्लीयर होगी जी। आओ सिर्फ पहले 2 सालों लिए गणित दे नाल जरनल साइंस का पाठक्रम। ठीक है पहले 2 सालों लिए मैथ्स ते सिर्फ जरनल साइंस का पाठक्रम होना चाहिए। ठीक है उस तो बाद सिर्फ पहले 2 सालों लिए समाजिक विज्ञान का जरनल कोर्स। ठीक है समाजिक विज्ञान का जरनल कोर्स होना चाहिए। हेठ लिखे वोकेशनल विषयों विचों एक। ठीक है चाहे तरखानी का कर लो बागवानी छपाई कढ़ाई टेलरिंग या फिर समिति। क्लीयर है जी क्लीयर है स्टूडेंट्स इन्होंने आही चीज़ कही सी कि आही चीज़ां होनियां चाहिए ने। ठीक है बच्चे इन्हां चों सिलैक्ट कर सकते हैं। बच्चे इन्हां चों क्वेश्चन देखो आ भी सकते हैं नहीं भी आ सकता। ठीक है पर आपां नूं हमेशा की करना पैंदा है आपां नूं अपने कोल टाइम हैगा इस करके आपां हमेशा ज़्यादा ही पढ़ते हुंदे आ कि अगर क्वेश्चन आ भी गया तो आपां नूं चीज़ां बारे पता होवे। ठीक है उस तो बाद विकल्पिक विषय ऑप्शनल सबजैक्ट्स नूं 7 समूहां विच वंडिया गया सी। विद्यार्थी लई समूह के किसी भी 3 विषयां का अध्ययन करना लाजमी किया गया सी। समूह अते उन्हां दे विषय इस प्रकार सन ये सारे है वाली नहीं हैगे ये सी ते सन सीगा। ठीक है ये तुसी अपना जो नोट्स बनाओगे थोड़ा खुद जो मैं बोलदी हाँ उन्होंने सुनिया करो। विकल्पिक विषयां नूं 7 समूहां विच वंडिया गया सी। विद्यार्थियों लई समूह दे किसी भी 3 विषयां का अध्ययन करना लाजमी किया गया सी। जिवें कि आपां BA दे विच की करदे हां 3 अपने सिलैक्टेड जिवें कि हिस्टरी पोल साइंस हो गई। ठीक है इंग्लिश लिटरेचर हो गया। बाकी 2 अपने की हो गए जी कंपलसरी सबजैक्ट हो गए। बाकी 2 की हो गए कंपलसरी सबजैक्ट किहड़े किहड़े हो गए जी जिवें कि एक इंग्लिश ते एक पंजाबी आई करते हैं ना आपां 3 सबजैक्ट आपां अपनी चॉइस से ले लैने आ ते 2 आपां कंपलसरी सबजैक्ट लैने आ। ठीक है ये भी इस दे विच ही किया गया है कि जिहड़े ऑप्शनल सबजैक्ट सीगे जिहड़े ऑप्शनल सबजैक्ट सी उन्हां विच उन्होंने की कहा सीगा जी कि विद्यार्थी लई समूह दे किसी भी 3
ਵਿਸ਼ਿਆਂ ਦਾ ਅਧਿਐਨ ਕਰਨਾ ਲਾਜ਼ਮੀ ਸੀਗਾ ਤੇ ਸਮੂਹ ਅਤੇ ਉਹਨਾਂ ਦੇ ਵਿਸ਼ੇ ਇਸ ਪ੍ਰਕਾਰ ਸਾਨੂੰ ਆਪਾਂ ਹੁਣ ਪੜ੍ਹ ਰਹੇ ਹਾਂ। ਸਭ ਤੋਂ ਪਹਿਲਾਂ ਸੀ ਜੀ ਵਿਗਿਆਨ ਸਮੂਹ, ਠੀਕ ਹੈ, ਸਾਇੰਸ ਦਾ ਗਰੁੱਪ। ਇਸ ਸਮੂਹ ਵਿੱਚ ਹੇਠ ਲਿਖੇ ਵਿਸ਼ੇ ਸ਼ਾਮਲ ਕੀਤੇ ਗਏ ਸੀ। ਰਸਾਇਣ ਵਿਗਿਆਨ, ਠੀਕ ਹੈ, ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਜੀਵ ਵਿਗਿਆਨ ਜਾਂ ਸਫਾਈ, ਠੀਕ ਹੈ, ਹਾਈਜੀਨ, ਗਣਿਤ ਅਤੇ ਭੂਗੋਲ। ਇਹਨਾਂ ਚੋਂ ਕੀ ਕਰਨਾ ਸੀ? ਆ 5 ਤੁਹਾਨੂੰ ਸਬਜੈਕਟਸ ਦਿੱਤੇ ਹੋਏ ਹੈ, ਇਹਨਾਂ ਚੋਂ 3 ਸਬਜੈਕਟ ਤਾਂ ਪੜ੍ਹਨੇ ਹੀ ਪੜ੍ਹਨੇ ਸੀ, 2 ਆਪਾਂ ਨੇ ਲੈਂਗੁਏਜਿਸ ਪੜ੍ਹਨੀਆਂ ਸੀ, ਠੀਕ ਹੈ। ਕਿਹੜਾ ਸੀ ਪਹਿਲਾ ਸਮੂਹ? ਕਿਹੜਾ ਸੀ ਜੀ? ਪਹਿਲਾ ਸਮੂਹ ਆਪਣਾ ਸੀਗਾ ਵਿਗਿਆਨ ਸਮੂਹ, ਠੀਕ ਹੈ। ਇਹਦੇ ਵਿੱਚ ਕਿਹੜੇ ਸਬਜੈਕਟਸ ਆਉਂਦੇ ਸੀ? ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ ਜਾਂ ਸਫਾਈ, ਗਣਿਤ ਅਤੇ ਭੂਗੋਲ। क्लियर है स्टूडेंट्स? चलिए आगे चलिए जी। आओ नेक्स्ट। समझ आ रहे हैं ना सारिਆਂ ਨੂੰ? ਮੁੱਢਲੀਅਰ ਕਮਿਸ਼ਨ ਦਾ ਕੁਝ ਪੋਰਸ਼ਨ ਰਹਿ ਗਿਆ ਸੀ, ਆਪਾਂ ਉਹੀ ਕਰ ਰਹੇ ਹਾਂ। ਅਗਲਾ ਕੀ ਹੈ ਜੀ? ਮਨੁੱਖਤਾ ਸਮੂਹ। ਇਹਦੇ ਵਿੱਚ ਕੀ ਹੈ? ਗਣਿਤ, ਗ੍ਰਹਿ ਵਿਗਿਆਨ, ਹੋਮ ਸਾਇੰਸ, ਠੀਕ ਹੈ, ਜਿਹਨੂੰ ਤੁਸੀਂ ਹਿਊਮੈਨਿਟੀਜ਼ ਵੀ ਕਹਿੰਦੇ ਹੋ, ਸੰਗੀਤ, ਭੂਗੋਲ, ਇਤਿਹਾਸ, ਅਰਥ ਸ਼ਾਸਤਰ ਜਾਂ ਨਾਗਰਿਕ ਸ਼ਾਸਤਰ। ਲਾਜ਼ਮੀ ਵਿਸ਼ਿਆਂ ਦਾ ਕਲਾਸੀਕਲ ਭਾਸ਼ਾ ਦੇ ਸਮੂਹ ਵਿੱਚੋਂ ਇੱਕ ਭਾਸ਼ਾ ਨਹੀਂ ਲਈ ਗਈ ਹੈ ਅਤੇ ਮਨੋਵਿਗਿਆਨ ਜਾਂ ਤਰਕ, ਠੀਕ ਹੈ। ਲਾਜ਼ਮੀ ਵਿਸ਼ਿਆਂ ਜਾਂ ਕਲਾਸੀਕਲ ਭਾਸ਼ਾ ਦੇ ਸਮੂਹ ਵਿੱਚੋਂ ਇੱਕ ਭਾਸ਼ਾ ਨਹੀਂ ਲਈ ਗਈ ਸੀ ਅਤੇ ਮਨੋਵਿਗਿਆਨ ਜਾਂ ਤਰਕ, ਠੀਕ ਹੈ। ਉਸ ਤੋਂ ਬਾਅਦ ਇਹ ਹੋ ਗਿਆ ਮਨੁੱਖਤਾ ਸਮੂਹ। ਸੈਕਿੰਡ, ਗ੍ਰਹਿ ਵਿਗਿਆਨ ਸਮੂਹ। ਇਹ ਗਰੁੱਪ ਵਿਦਿਆਰਥਣਾਂ ਲਈ ਤਜਵੀਜ਼ ਕੀਤਾ ਗਿਆ ਹੈ, ਠੀਕ ਹੈ। ਮਤਲਬ ਵਿਦਿਆਰਥਣਾਂ ਮਤਲਬ ਕੁੜੀਆਂ ਲਈ 4 ਵਿੱਚ 3 ਵਿਸ਼ਿਆਂ ਦੀ ਪੇਸ਼ਕਸ਼ ਕਰਨੀ ਲਾਜ਼ਮੀ ਹੈ। ਹੋਮ ਨਰਸਿੰਗ, ਘਰੇਲੂ ਅਰਥ ਸ਼ਾਸਤਰ, ਜਨੇਪਾ ਤੇ ਬਾਲ ਕਲਿਆਣ, ਪੋਸ਼ਣ ਅਤੇ ਰਸੋਈ, ਠੀਕ ਹੈ। ਜਿਹੜਾ ਕਿ ਗ੍ਰਹਿ ਵਿਗਿਆਨ ਸਮੂਹ ਸੀ। ਹੁਣ ਇਹ ਪੁੱਛਿਆ ਜਾ ਸਕਦਾ ਹੈ ਕਿ ਕਿਹੜਾ ਗਰੁੱਪ ਵਿਦਿਆਰਥਣਾਂ ਲਈ ਤਜਵੀਜ਼ ਕੀਤਾ ਗਿਆ ਸੀ? ਕਿਹੜਾ ਗਰੁੱਪ ਵਿਦਿਆਰਥਣਾਂ ਲਈ ਤਜਵੀਜ਼ ਕੀਤਾ ਗਿਆ ਸੀ? ਕਿਹੜਾ ਕੀਤਾ ਗਿਆ ਸੀ ਜੀ? ਗ੍ਰਹਿ ਵਿਗਿਆਨ ਸਮੂਹ, ਠੀਕ ਹੈ। ਇਹ 'ਚ ਕਿਹੜੇ ਵਿਸ਼ੇ ਸੀਗੇ? ਹੋਮ ਨਰਸਿੰਗ, ਘਰੇਲੂ ਅਰਥ ਸ਼ਾਸਤਰ, ਜਨੇਪਾ ਤੇ ਬਾਲ ਕਲਿਆਣ, ਪੋਸ਼ਣ ਅਤੇ ਰਸੋਈ, ਠੀਕ ਹੈ। ਨਰਸਿੰਗ ਹੋ ਗਿਆ ਪਹਿਲਾਂ, ਫਿਰ ਘਰੇਲੂ ਅਰਥ ਸ਼ਾਸਤਰ ਹੋ ਗਿਆ, ਫਿਰ ਜਨੇਪਾ ਤੇ ਬਾਲ ਕਲਿਆਣ ਮਤਲਬ ਜੋ ਆਫਟਰ ਪ੍ਰੈਗਨੈਂਸੀ ਪੋਸਟਮਾਰਟਮ ਪੀਰੀਅਡ ਹੁੰਦਾ ਤੇ ਬਾਲ ਕਲਿਆਣ, ਪੋਸ਼ਣ ਅਤੇ ਰਸੋਈ। ਕਲੀਅਰ ਹੈ ਜੀ? ਸਮਝ ਆ ਗਿਆ? ਨੈਕਸਟ ਆ ਜਾਓ। ਉਸ ਤੋਂ ਬਾਅਦ ਵਣਜ ਸਮੂਹ ਮਤਲਬ ਕਾਮਰਸ ਦੀ ਗੱਲ ਹੋ ਰਹੀ ਹੈ ਇੱਥੇ, ਠੀਕ ਹੈ। ਜਿਨ੍ਹਾਂ ਨੂੰ ਨਹੀਂ ਪਤਾ ਵਣਜ ਬਾਰੇ ਕੀ ਹੈ ਜੀ, ਕਾਮਰਸ ਦੀ ਗੱਲ ਹੋ ਰਹੀ ਹੈ, ਠੀਕ ਹੈ। ਕੀ ਹੈ ਇਹਦੇ ਵਿੱਚ? ਵਪਾਰਿਕ ਭੂਗੋਲ ਜਾਂ ਅਰਥ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ ਦੇ ਤੱਤ। ਉਹ ਤੋਂ ਬਾਅਦ ਸੈਕਿੰਡ ਵਪਾਰਕ ਅਭਿਆਸ, ਉਹ ਤੋਂ ਬਾਅਦ ਥਰਡ ਸ਼ਾਰਟ ਹੈਂਡ ਅਤੇ ਟਾਈਪ ਰਾਈਟਿੰਗ ਅਤੇ ਫੋਰਥ ਬੁੱਕ ਕੀਪਿੰਗ, ਠੀਕ ਹੈ। ਕਾਮਰਸ ਦੇ ਵਿੱਚ ਕੀ ਸੀ? ਵਪਾਰਿਕ ਭੂਗੋਲ ਜਾਂ ਅਰਥ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ ਦੇ ਤੱਤ। ਉਹ ਤੋਂ ਬਾਅਦ ਵਪਾਰਕ ਅਭਿਆਸ, ਫਿਰ ਸ਼ਾਰਟ ਹੈਂਡ ਅਤੇ ਟਾਈਪ ਰਾਈਟਿੰਗ ਅਤੇ ਬੁੱਕ ਕੀਪਿੰਗ, ਠੀਕ ਹੈ। ਫਿਰ ਆ ਗਿਆ ਜੀ ਤਕਨੀਕੀ ਸਮੂਹ, ਟੈਕਨੀਕਲ ਐਜੂਕੇਸ਼ਨ। ਇਹਦੇ ਵਿੱਚ ਕੀ ਸੀ ਜੀ? ਪ੍ਰੈਕਟੀਕਲ ਸਾਇੰਸ, ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਤੱਤ, ਜਿਓਮੈਟ੍ਰੀਕਲ ਡਰਾਇੰਗ ਅਤੇ ਅਪਲਾਈਡ ਮੈਥਮੈਟਿਕਸ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਤੱਤ, ਠੀਕ ਹੈ। ਕੀ ਸੀ ਇਹਦੇ ਵਿੱਚ? ਟੈਕਨੀਕਲ ਦੇ ਵਿੱਚ ਪ੍ਰੈਕਟੀਕਲ ਸਾਇੰਸ, ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਤੱਤ, ਜਿਓਮੈਟ੍ਰਿਕ ਡਰਾਇੰਗ ਅਤੇ ਅਪਲਾਈਡ ਮੈਥਮੈਟਿਕਸ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਤੱਤ। ਕਲੀਅਰ ਹੈ ਜੀ? ਟੈਕਨੀਕਲ ਐਜੂਕੇਸ਼ਨ ਦੇ ਵਿੱਚ ਕੀ ਆ ਗਿਆ? ਪ੍ਰੈਕਟੀਕਲ ਸਾਇੰਸ ਹੋ ਗਈ, ਫਿਰ ਇਲੈਕਟ੍ਰੀਕਲ ਇੰਜੀਨੀਅਰਿੰਗ ਆ ਗਈ, ਫਿਰ ਜਿਓਮੈਟ੍ਰੀਕਲ ਡਰਾਇੰਗ ਅਤੇ ਅਪਲਾਈਡ ਮੈਥਮੈਟਿਕਸ ਆ ਗਿਆ ਤੇ ਮਕੈਨੀਕਲ ਇੰਜੀਨੀਅਰਿੰਗ ਦੇ ਤੱਤ ਆ ਗਏ। ਕਲੀਅਰ ਹੈ? ਕਲੀਅਰ ਹੈ ਸਟੂਡੈਂਟਸ? ਕਿਸੇ ਨੂੰ ਕੋਈ ਵੀ ਡਾਊਟ ਹੋਏ ਅੱਗੇ ਆ ਜਾਓ। ਫਿਰ ਕੀ ਆ ਗਿਆ ਜੀ? ਐਗਰੀਕਲਚਰ, ਖੇਤੀਬਾੜੀ ਸਮੂਹ ਆ ਗਿਆ। ਬੋਟਨੀ ਅਤੇ ਐਗਰੀਕਲਚਰ ਕੈਮਿਸਟਰੀ ਕੀ ਆ ਗਿਆ ਖੇਤੀਬਾੜੀ ਸਮੂਹ ਦੇ ਵਿੱਚ? ਬੋਟਨੀ ਅਤੇ ਐਗਰੀਕਲਚਰ ਕੈਮਿਸਟਰੀ, ਪਸ਼ੂ ਪਾਲਣ, ਬਾਗਬਾਨੀ ਅਤੇ ਬਾਗਬਾਨੀ, ਆਮ ਖੇਤੀਬਾੜੀ, ਠੀਕ ਹੈ, ਇਹ ਆ ਗਿਆ ਜੀ। ਫਿਰ ਆ ਗਿਆ ਫਾਈਨ ਆਰਟਸ ਗਰੁੱਪ। ਇਸ ਸਮੂਹ ਵਿੱਚ ਹੇਠ ਲਿਖੇ 6 ਵਿਸ਼ੇ ਸ਼ਾਮਿਲ ਕੀਤੇ ਗਏ ਸਨ, ਠੀਕ ਹੈ। ਕਿਹੜਾ? ਪੇਂਟਿੰਗ, ਫੋਟੋਗ੍ਰਾਫੀ, ਡਰਾਇੰਗ ਅਤੇ ਸਕੈਚਿੰਗ, ਡਾਂਸ, ਸੰਗੀਤ ਅਤੇ ਇਤਿਹਾਸ, ਠੀਕ ਹੈ। ਕਿਹੜੇ
6 शामिल किए गए सी पेंटिंग, फोटोग्राफी, ड्राइंग, स्कैचिंग, डांस, संगीत ਅਤੇ इतिहास। क्लीयर है स्टूडेंट्स? किसी भी तरीके का कोई भी डाउट होवे तो तुसी कमेंट करके पूछ सकते हो, ठीक है। ਇਹਦਾ थोड़ा ਜਿਹਾ पोर्शन होर बचे मुदलियर कमीशन का कि उन्हों का पढ़ाने का तरीका की सीगा, ठीक है, वोकेशनल टाइम की सी, किवें उन्होंने पढ़ाया, वो आप नैक्सट क्लास के विच करांगे, मतलब कलू करांगे। कलू आप कोठारी कमीशन ते मुदलियर कमीशन दोनों कंप्लीट कर लांगे, ठीक है जी। उस तो बाद फिर आप नैक्सट अगे चलांगे कि अपने सिलेबस के विच हैगा, अपनियां क्लासिस आराम नाल तुसी लगांदे जाओ, ठीक है जी। कोई भी डाउट हुंदा है तो तुसी कमेंट करके पूछ सकते हो स्टूडेंट्स, ठीक है। ओके स्टूडेंट्स, मिलने आप नैक्सट क्लास।